ਅਜਿਹਾ ਕੀ ਹੋਇਆ ਦਿੱਲੀ ਏਅਰਪੋਰਟ ਤੇ ਜਦੋਂ ਇੱਕ ਗੁਰਸਿੱਖ ਦੇ ਕੋਲੋਂ ਕਿਲੋਆਂ ਦੇ ਹਿਸਾਬ ਦੇ ਨਾਲ ਸੋਨਾ ਨਿਕਲਿਆ। ਸੋਨਾ ਦੇਖ ਕੇ ਕਸਟਮ ਵਾਲਿਆਂ ਦੇ ਧੌਰ-ਪੁਰ ਉੱਡ ਗਏ। ਅਜਿਹਾ ਕੀ ਕੀਤਾ ਉਸ ਗੁਰਸਿੱਖ ਨੇ ਕਿ ਕਸਟਮ ਵਾਲਿਆਂ ਦੀ ਹਿੰਮਤ ਨਹੀਂ ਪਈ ਉਸ ਨੂੰ ਰੋਕਣ ਦੀ। ਤੁਸੀਂ ਵੀ ਜਾਣ ਕੇ ਦੰਗ ਰਹਿ ਜਾਓਗੇ। ਅੱਜ ਕੱਲ੍ਹ ਉਹ ਖਬਰਾਂ ਬਹੁਤ ਚੱਲ ਰਹੀਆਂ ਨੇ ਕਿ ਗੁਰੂ ਘਰ ਦੇ ਵਿੱਚ ਸੋਨਾ ਚਾੜਿਆ ਤੇ ਘਪਲਾ ਕਰਕੇ ਕਿਲੋਆਂ ਦੇ ਹਿਸਾਬ ਦਾ ਸੋਨਾ ਗ੍ਰਾਮਾਂ ਦੇ ਵਿੱਚ ਬਦਲ ਗਿਆ। ਇੱਕ ਸਿੱਖ ਦੂਜੇ ਸਿੱਖ ਦੇ ਉੱਪਰ ਇਸ ਤਰ੍ਹਾਂ ਦੇ ਇਲਜ਼ਾਮ ਲਗਾ ਰਿਹਾ ਹੈ, ਮਤਲਬ ਕਿ ਸਿੱਖ ਹੀ ਸਿੱਖ ਦੇ ਉੱਤੇ ਵਾਰ ਕਰ ਰਿਹਾ ਹੈ। ਪਰ ਵਾਹਿਗੁਰੂ ਪਰਮਾਤਮਾ ਦਾ ਡਰ ਕਿਸੇ ਨੂੰ ਨਹੀਂ ਰਿਹਾ। ਵਾਹਿਗੁਰੂ ਪਰਮਾਤਮਾ ਨੂੰ ਨਾ ਤਾਂ ਕਰੋੜਾਂ ਦੀ ਲੋੜ ਹੈ ਤੇ ਨਾ ਹੀ ਕਿਸੇ ਸੋਨੇ ਦੀ। ਪਰਮਾਤਮਾ ਤਾਂ ਆਪਣੇ ਪਿਆਰਿਆਂ ਦਾ ਵਿਸ਼ਵਾਸ ਤੇ ਭਗਤੀ ਹੀ ਪਰਖਦਾ ਹੈ। ਇਹ ਘਟਨਾ ਸੰਤ ਬਾਬਾ ਸੇਵਾ ਸਿੰਘ ਜੀ ਕਿਲ੍ਹਾ ਆਨੰਦਗੜ੍ਹ ਕਾਰ ਸੇਵਾ ਵਾਲਿਆਂ ਦੇ ਜੀਵਨ ਦੀ ਹੈ। ਉਸ ਸਮੇਂ ਕੇਸਗੜ੍ਹ ਸਾਹਿਬ ਜੀ ਦੀ ਸੇਵਾ ਸੰਤਾਂ ਦੇ ਕੋਲ ਹੀ ਸੀ। ਇਸੇ ਸੇਵਾ ਦੇ ਖਾਤਰ ਬਾਬਾ ਜੀ ਵਿਦੇਸ਼ ਗਏ ਹੋਏ ਸੀ। ਵਿਦੇਸ਼ ਦੀਆਂ ਸੰਗਤਾਂ ਨੂੰ ਬਾਬਾ ਜੀ ਨੇ ਕਿਹਾ ਕਿ ਕੇਸਗੜ੍ਹ ਸਾਹਿਬ ਦੀ ਸੇਵਾ ਦੇ ਵਿੱਚ ਆਪਾਂ ਗੁਰੂ ਸਾਹਿਬ ਦੇ ਅਸਥਾਨਾਂ ਦੇ ਉੱਤੇ ਸੋਨੇ ਦੀ ਸੇਵਾ ਕਰਨਾ ਚਾਹੁੰਦੇ ਹਾਂ, ਜਿਸ ਦੇ ਵਿੱਚ ਆਪ ਸਾਹਿਬ ਦੇ ਸਹਿਯੋਗ ਦੀ ਲੋੜ ਹੈ। ਬਾਬਾ ਜੀ ਦੇ ਇੰਨੇ ਕਹਿਣ ਦੀ ਦੇਰ ਹੀ ਸੀ ਕਿ ਸੰਗਤਾਂ ਨੇ ਸੋਨੇ ਦੇ ਢੇਰ ਲਗਾ ਦਿੱਤੇ। ਦੇਖਦਿਆਂ ਹੀ ਦੇਖਦਿਆਂ ਬਾਬਾ ਜੀ ਦੇ ਅੱਗੇ ਸੋਨੇ ਦੇ ਢੇਰ ਲੱਗ ਗਏ ਤੇ ਬਾਬਾ ਜੀ ਉਹ ਸੋਨਾ ਲੈ ਕੇ ਭਾਰਤ ਵਾਪਸ ਆਏ। ਸੋਨੇ ਦੇ ਭਰੇ ਹੋਏ ਬੈਗਾਂ ਦੇ ਨਾਲ ਬਾਬਾ ਜੀ ਏਅਰਪੋਰਟ ਦੇ ਉੱਤੇ ਆਏ ਤੇ ਕਸਟਮ ਵਾਲਿਆਂ ਨੇ ਦੇਖਿਆ ਕਿ ਬਾਬਾ ਸਿੰਪਲ ਜੇ ਖੱਦਰ ਦੇ ਚੋਲੇ ਦੇ ਵਿੱਚ ਇੱਕ ਆਮ ਜਿਹਾ ਪਰਨਾ ਬੰਨ੍ਹ ਕੇ ਬੈਗਾਂ ਦੇ ਵਿੱਚ ਕਿਲੋਆਂ ਦੇ ਹਿਸਾਬ ਦੇ ਨਾਲ ਸੋਨਾ ਭਰੀ ਲਿਆਉਂਦਾ ਹੈ। ਇਸ ਨੂੰ ਕਿਸੇ ਦਾ ਡਰ ਕਿਉਂ ਨਹੀਂ। ਕਸਟਮ ਵਾਲਿਆਂ ਨੇ ਬਾਬਾ ਜੀ ਨੂੰ ਇੱਕ ਵੱਖਰੇ ਹੀ ਕਮਰੇ ਦੇ ਵਿੱਚ ਪੁੱਛਗਿੱਛ ਦੇ ਲਈ ਬੁਲਾ ਲਿਆ। ਅਧਿਕਾਰੀ ਬਾਬਾ ਜੀ ਨੂੰ ਪੁੱਛਣ ਲੱਗੇ ਕਿ ਇਹ ਸੋਨਾ ਕਿੱਥੋਂ ਲੈ ਕੇ ਆਏ ਹੋ ਤੇ ਇਹ ਸੋਨਾ ਕਿਸ ਦਾ ਹੈ। ਬਾਬਾ ਜੀ ਨੇ ਕਿਹਾ ਕਿ ਇਹ 10ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸੋਨਾ ਹੈ ਅਤੇ ਸੰਗਤਾਂ ਦੇ ਵੱਲੋਂ ਭੇਟ ਕੀਤਾ ਗਿਆ ਹੈ। ਕਸਟਮ ਵਾਲੇ ਕਹਿਣ ਲੱਗੇ ਕਿ ਤੁਹਾਨੂੰ ਪਤਾ ਨਹੀਂ ਕਿ ਇਸ ਤਰ੍ਹਾਂ ਤੁਸੀਂ ਸੋਨਾ ਨਹੀਂ ਲੈ ਕੇ ਆ ਸਕਦੇ। ਤੁਹਾਨੂੰ ਪਹਿਲਾਂ ਕਿਸੇ ਨੇ ਕਿਉਂ ਨਹੀਂ ਰੋਕਿਆ। ਤੁਹਾਨੂੰ ਇਸ ਸੋਨੇ ਦੇ ਉੱਪਰ ਕਸਟਮ ਦੇਣਾ ਪਵੇਗਾ। ਬਾਬਾ ਜੀ ਨੇ ਕਿਹਾ ਕਿ ਕਸਟਮ ਕੀ ਹੁੰਦਾ ਹੈ। ਅਧਿਕਾਰੀ ਕਹਿਣ ਲੱਗੇ ਕਿ ਸੋਨੇ ਦਾ ਟੈਕਸ ਦੇਣਾ ਪਵੇਗਾ। ਬਾਬਾ ਜੀ ਨੇ ਕਿਹਾ ਕਿ ਇਹ ਸੋਨਾ ਤਾਂ ਗੁਰੂ ਸਾਹਿਬ ਦਾ ਹੈ, ਇਸ ਦੇ ਉੱਤੇ ਟੈਕਸ ਕਿਵੇਂ ਲੱਗ ਸਕਦਾ ਹੈ। ਇਹ ਸੁਣ ਕੇ ਉਹਨਾਂ ਦੇ ਉੱਚ ਅਫਸਰ ਕਹਿਣ ਲੱਗੇ ਕਿ ਬਾਬਾ ਜੀ ਤੁਹਾਨੂੰ ਕੋਈ ਵੱਡਾ ਅਧਿਕਾਰੀ, ਕੋਈ ਵੱਡਾ ਬੰਦਾ ਜਾਂ ਫਿਰ ਮਿਨਿਸਟਰ ਜਾਣਦਾ ਹੈ। ਜੇਕਰ ਨਹੀਂ ਜਾਣਦਾ ਤਾਂ ਤੁਹਾਨੂੰ ਕਿਸੇ ਵੀ ਹਾਲਾਤ ਦੇ ਵਿੱਚ ਇਸ ਦਾ ਟੈਕਸ ਦੇਣਾ ਪਵੇਗਾ। ਬਾਬਾ ਜੀ ਨੇ ਕਿਹਾ ਕਿ ਦੇਸ਼ ਦੇ ਸਭ ਤੋਂ ਵੱਡੇ ਬੰਦੇ ਦੇ ਨਾਲ ਮੇਰੀ ਗੱਲ ਕਰਵਾ ਦਿਓ। ਇਹ ਗੱਲ ਸੁਣ ਕੇ ਕਸਟਮ ਵਾਲੇ ਹੱਸਣ ਲੱਗੇ ਅਤੇ ਕਹਿਣ ਲੱਗੇ ਕਿ ਬਾਬਾ ਜੀ ਤੁਹਾਨੂੰ ਪਤਾ ਹੈ ਕਿ ਇਸ ਸਮੇਂ ਭਾਰਤ ਦਾ ਸਭ ਤੋਂ ਵੱਡਾ ਬੰਦਾ ਕੌਣ ਹੈ। ਬਾਬਾ ਜੀ ਨੇ ਕਿਹਾ ਕਿ ਨਹੀਂ, ਮੈਨੂੰ ਨਹੀਂ ਪਤਾ। ਤਾਂ ਉਹਨਾਂ ਨੇ ਕਿਹਾ ਕਿ ਇਸ ਸਮੇਂ ਭਾਰਤ ਦਾ ਸਭ ਤੋਂ ਵੱਡਾ ਬੰਦਾ ਇੱਕ ਰਾਸ਼ਟਰਪਤੀ ਹੀ ਹੋ ਸਕਦਾ ਹੈ। ਬਾਬਾ ਜੀ ਨੇ ਕਿਹਾ ਕਿ ਤਾਂ ਫਿਰ ਠੀਕ ਹੈ, ਉਸ ਦੇ ਨਾਲ ਹੀ ਮੇਰੀ ਗੱਲ ਕਰਵਾ ਦਿਓ। ਇਹ ਸੁਣ ਕੇ ਕਸਟਮ ਵਾਲੇ ਇੱਕਦਮ ਹੈਰਾਨ ਜੇ ਹੋ ਗਏ। ਉਹਨਾਂ ਨੇ ਆਪਣੇ ਕਸਟਮ ਕਮਿਸ਼ਨਰ ਨੂੰ ਫੋਨ ਕੀਤਾ ਕਿ ਇੱਥੇ ਇੱਕ ਸਿੰਪਲ ਜਿਹਾ ਬਾਬਾ ਸੋਨੇ ਦੇ ਭਰੇ ਬੈਗਾਂ ਦੇ ਨਾਲ ਆਇਆ ਹੋਇਆ ਹੈ ਤੇ ਉਹ ਆਪਣੀ ਪਹੁੰਚ ਰਾਸ਼ਟਰਪਤੀ ਤੱਕ ਦੱਸ ਰਿਹਾ ਹੈ। ਕਮਿਸ਼ਨਰ ਨੇ ਰਾਸ਼ਟਰਪਤੀ ਦਫ਼ਤਰ ਦੇ ਵਿੱਚ ਫੋਨ ਕੀਤਾ ਅਤੇ ਰਾਸ਼ਟਰਪਤੀ ਦੇ ਨਾਲ ਗੱਲ ਕਰਵਾਉਣ ਵਾਸਤੇ ਕਿਹਾ। ਜਦੋਂ ਰਾਸ਼ਟਰਪਤੀ ਦੇ ਨਾਲ ਗੱਲ ਕੀਤੀ ਤਾਂ ਕਮਿਸ਼ਨਰ ਨੇ ਕਿਹਾ ਕਿ ਇੱਥੇ ਕੋਈ ਬਾਬਾ ਏਅਰਪੋਰਟ ਦੇ ਉੱਤੇ ਸੋਨੇ ਦੇ ਭਰੇ ਬੈਗਾਂ ਦੇ ਨਾਲ ਆਇਆ ਹੋਇਆ ਹੈ ਅਤੇ ਉਹ ਕਹਿ ਰਿਹਾ ਹੈ ਕਿ ਮੇਰੀ ਪਹੁੰਚ ਰਾਸ਼ਟਰਪਤੀ ਤੱਕ ਹੈ। ਰਾਸ਼ਟਰਪਤੀ ਨੇ ਪੁੱਛਿਆ ਕਿ ਉਹ ਬਾਬਾ ਕੌਣ ਹੈ, ਉਸ ਦਾ ਨਾਮ ਕੀ ਹੈ। ਜਦੋਂ ਦੱਸਿਆ ਗਿਆ ਕਿ ਉਹਨਾਂ ਦਾ ਨਾਮ ਬਾਬਾ ਸੇਵਾ ਸਿੰਘ ਹੈ ਤਾਂ ਰਾਸ਼ਟਰਪਤੀ ਇੱਕਦਮ ਕਹਿਣ ਲੱਗਿਆ ਕਿ ਕਿਤੇ ਉਹ ਆਨੰਦਗੜ੍ਹ ਕਿਲੇ ਵਾਲੇ ਬਾਬਾ ਸੇਵਾ ਸਿੰਘ ਤਾਂ ਨਹੀਂ। ਜਦੋਂ ਉਹਨਾਂ ਨੂੰ ਦੱਸਿਆ ਗਿਆ ਤਾਂ ਰਾਸ਼ਟਰਪਤੀ ਕਹਿਣ ਲੱਗਿਆ ਕਿ ਉਹਨਾਂ ਨੂੰ ਇਸੇ ਸਮੇਂ ਏਅਰਪੋਰਟ ਦੇ ਵਿੱਚੋਂ ਬਾਹਰ ਜਾਣ ਦਿੱਤਾ ਜਾਵੇ। ਆਪਾਂ ਇਹਨਾਂ ਦੇ ਉੱਤੇ ਕਸਟਮ ਨਹੀਂ ਲਗਾ ਸਕਦੇ। ਜੇਕਰ ਆਪਾਂ ਇਹਨਾਂ ਦੇ ਉੱਤੇ ਕਸਟਮ ਲਗਾ ਦਿੱਤਾ ਤਾਂ ਇਹ ਕਸਟਮ ਤਾਂ ਭਰ ਦੇਣਗੇ, ਪਰ ਜੋ ਟੈਕਸ, ਜੋ ਕਸਟਮ ਪਰਮਾਤਮਾ ਨੇ ਸਾਡੇ ਉੱਪਰ ਲਗਾਉਣਾ ਹੈ ਉਸ ਦੀ ਭਰਪਾਈ ਆਪਾਂ ਕਦੀ ਵੀ ਨਹੀਂ ਕਰ ਸਕਾਂਗੇ। ਇਸ ਕਰਕੇ ਇਹਨਾਂ ਨੂੰ ਸਤਿਕਾਰ ਦੇ ਨਾਲ ਏਅਰਪੋਰਟ ਦੇ ਵਿੱਚੋਂ ਬਾਹਰ ਜਾਣ ਦਿੱਤਾ ਜਾਵੇ। ਸੋ ਇਸ ਤਰ੍ਹਾਂ ਸੰਤਾਂ ਦੇ ਕਾਰਜ ਉਹ ਪਰਮਾਤਮਾ ਆਪ ਸਹਾਈ ਹੁੰਦਾ ਹੈ ਅਤੇ ਸੰਗਤਾਂ ਦਾ ਦਿੱਤਾ ਹੋਇਆ 1-1 ਗ੍ਰਾਮ ਸੋਨਾ ਅੱਜ ਕੇਸਗੜ੍ਹ ਸਾਹਿਬ ਦੀ ਸੇਵਾ ਦੇ ਵਿੱਚ ਲੱਗਾ ਹੋਇਆ ਹੈ। ਪਰ ਅੱਜ ਕੱਲ੍ਹ ਦੀਆਂ ਸਰਕਾਰਾਂ ਗੁਰੂ ਘਰ ਦੇ ਲੰਗਰਾਂ ਅਤੇ ਸਰਾਵਾਂ ਉੱਤੇ GST ਲਗਾ ਰਹੀਆਂ ਨੇ, ਜੋ ਕਿ ਬਿਲਕੁਲ ਸ਼ਰਮ ਵਾਲੀ ਗੱਲ ਹੈ।